ਹੈਲੋ ਸਟੂਡੈਂਟਸ, ਇਸ ਤੋਂ ਪਹਿਲਾਂ ਆਪਾਂ HTML ਕੀ ਹੈ, ਉਹਦੀ ਹਿਸਟਰੀ, ਹਾਈਪਰਲਿੰਕ ਕੀ ਹੈ, ਲਿਸਟ ਕੀ ਨੇਗੀਆਂ, ਟੇਬਲਸ ਕੀ ਆ, ਇਹ ਸਾਰੇ ਬਾਰੇ ਪੜ੍ਹ ਚੁੱਕੇ ਹਾਂ। ਤੇ ਅੱਜ ਅਸੀਂ ਪੜ੍ਹ ਰਹੇ ਹਾਂ ਫਾਰਮ ਆਫ HTML, ਫਰੇਮ, ਮਲਟੀਮੀਡੀਆ ਇਨ HTML ਤੇ CSS, ਕਾਸਕੈਡਿੰਗ ਸਟਾਈਲ ਸ਼ੀਟ। ਇਹ ਸਾਡਾ ਲਾਸਟ ਪਾਰਟ HTML ਫੰਡਾਮੈਂਟਲਸ ਦਾ, ਜਿਹਦੇ ਵਿੱਚ ਆਪਾਂ ਅੱਜ ਪੜ੍ਹਾਂਗੇ ਫਾਰਮ, ਫਰੇਮ, ਮਲਟੀਮੀਡੀਆ ਤੇ CSS। ਇਸ ਤੋਂ ਪਹਿਲਾਂ ਆਪਾਂ ਸਾਰਾ ਬੇਸਿਕ ਪੜ੍ਹ ਚੁੱਕੇ ਹਾਂ HTML ਦਾ ਵੀ। HTML ਕੀ ਆ, ਉਹਦੀ ਹਿਸਟਰੀ, ਉਹਦੇ ਟੈਗਸ ਕੀ ਨੇ, ਇਮੇਜਿਸ ਕੀ ਹੁੰਦੀਆਂ ਨੇ, ਹਾਈਪਰਲਿੰਕਸ ਕੀ ਨੇਗੀਆਂ, ਲਿਸਟ ਕੀ ਨੇਗੇ, ਟੇਬਲਸ ਕੀ ਨੇ, ਇਸ ਸਾਰੇ ਬਾਰੇ ਪੜ੍ਹ ਚੁੱਕੇ ਹਾਂ। ਹੁਣ ਸਭ ਤੋਂ ਪਹਿਲਾਂ ਆਪਣਾ ਟੌਪਿਕ ਹੈ ਫਾਰਮ। ਫਾਰਮ ਕੀ ਹੈ? ਫਾਰਮ ਇਨ HTML। ਫਾਰਮ ਕੀ ਆ? ਫਾਰਮ ਇੱਕ ਵੈਬ ਪੇਜ ਦਾ ਹਿੱਸਾ ਗਾ HTML ਦੇ ਵਿੱਚ, ਜਿਸ ਦੀ ਵਰਤੋਂ ਆਪਾਂ ਕੀ ਕਰਦੇ ਹਾਂ, ਕੋਈ ਵੀ ਜੋ ਵੀ ਇਨਪੁਟ ਆ ਕਿਸੇ ਯੂਜ਼ਰ ਦੁਆਰਾ ਦਿੱਤੀ ਜਾਂਦੀ ਆ, ਉਹਨੂੰ ਇਕੱਠੀ ਕਰਦੇ ਹਾਂ ਆਪਾਂ ਇੱਕ ਫਾਰਮ ਦੇ ਵਿੱਚ ਥਰੂ ਐਲੀਮੈਂਟਸ ਤੇ ਕੰਟਰੋਲਸ ਦੇ ਦੁਆਰਾ। ਫਾਰਮ ਇੱਕ ਕੰਟੇਨਰ ਦੀ ਤਰ੍ਹਾਂ ਕੰਮ ਕਰੇਗਾ, ਜਿਹਦੇ ਵਿੱਚ ਤੁਸੀਂ ਆਪਣੇ ਸਾਰੇ ਐਲੀਮੈਂਟਸ ਇਕੱਠੇ ਕਰਦੇ ਹੋ। ਕੰਟਰੋਲ ਜਾਂ ਜੋ ਤੁਹਾਡੇ ਐਲੀਮੈਂਟਸ ਨੇਗੇ, ਉਹ ਸਾਰੇ ਤੁਸੀਂ ਜੋ ਤੁਹਾਡੀ ਡਾਟਾ ਗਾ, ਉਹ ਸਾਰਾ ਤੁਸੀਂ ਕਲੈਕਟ ਕਰ ਲੈਂਦੇ ਹੋਗੇ ਫਾਰਮ ਦੇ ਵਿੱਚ। ਇੱਕ ਲਾਈਕ ਕੰਟੇਨਰ ਹੋਏਗਾ HTML ਫਾਰਮ। HTML ਫਾਰਮ ਆ ਜਿਹੜਾ, ਉਹ ਹਮੇਸ਼ਾ ਫਾਰਮ ਟੈਗ ਦੇ ਨਾਲ ਕ੍ਰੀਏਟ ਕੀਤਾ ਜਾਏਗਾ। ਇਹਦੀ ਸ਼ੁਰੂਆਤ ਹਮੇਸ਼ਾ ਫਾਰਮ ਟੈਗ ਦੇ ਨਾਲ ਹੋਏਗੀ HTML ਫਾਰਮ ਦੀ। ਇੱਥੇ ਆਪਣੇ ਕੋਲੇ ਕਾਫੀ ਤਰ੍ਹਾਂ ਦੇ ਐਲੀਮੈਂਟਸ ਹੋਣਗੇ ਫਾਰਮ ਦੇ ਵਿੱਚ। There are various form elements ਜਿਵੇਂ ਟੈਕਸਟ ਫੀਲਡ, ਟੈਕਸਟ ਏਰੀਆ, ਡ੍ਰੌਪ ਡਾਊਨ ਮੀਨੂ, ਰੇਡੀਓ ਬਟਨ, ਚੈੱਕ ਬਾਕਸ, ਲਿਸਟ ਐਕਸੈਟਰਾ ਐਕਸੈਟਰਾ। ਇਹ ਸਾਰੇ ਐਲੀਮੈਂਟਸ ਨੇ ਜਿਹੜੇ ਇੱਕ ਫਾਰਮ ਨੂੰ ਕ੍ਰੀਏਟ ਕਰਨ ਦੇ ਲਈ ਵਰਤੇ ਜਾਂਦੇ ਨੇ। Every form has to include the action। ਹਰ ਇੱਕ ਫਾਰਮ ਦੇ ਵਿੱਚ ਇੱਕ ਐਕਸ਼ਨ ਹੋਏਗਾ, ਮੈਥਡ ਹੋਣਗੇ, ਐਟਰੀਬਿਊਟਸ ਹੋਣਗੇ। ਹਰ ਇੱਕ ਦਾ ਆਪਣਾ ਆਪਣਾ ਪਰਪਸ ਹੋਊਗਾ। ਹਰ ਇੱਕ ਮੈਥਡ ਦਾ, ਹਰ ਇੱਕ ਐਟਰੀਬਿਊਟ ਦਾ ਆਪਣਾ ਆਪਣਾ ਇੱਕ ਪਰਪਸ ਹੋਊਗਾ। ਹਰ ਇੱਕ ਦਾ ਆਪਣਾ ਇੱਕ ਤਰੀਕਾ ਹੋਏਗਾ ਵੀ ਉਹਨੇ ਉਸ ਕੰਮ ਨੂੰ ਕਿਵੇਂ ਪੂਰਾ ਕਰਨਾ। ਫਾਰਮ ਕੀ ਹੋਊਗਾ? ਜਿਵੇਂ ਤੁਸੀਂ ਔਨਲਾਈਨ ਆਪਾਂ ਦੇਖਦੇ ਹਾਂ, ਕੋਈ ਫਾਰਮ ਫਿਲ ਕਰਦੇ ਹੋ, ਜਿਵੇਂ ਤੁਸੀਂ ਕੋਈ ਔਨਲਾਈਨ ਐਡਮਿਸ਼ਨ ਦਾ ਫਾਰਮ ਫਿਲ ਕਰਦੇ ਹੋ, ਜਾਂ ਤੁਸੀਂ ਕੋਈ ਸਰਚ ਲਈ ਫਾਰਮ ਫਿਲ ਕਰਦੇ ਹੋ, ਕੁਛ ਕਰਦੇ ਹੋ, ਉਹ ਸਾਰੇ ਕੀ ਨੇਗੇ HTML ਫਾਰਮ, ਜਿਨ੍ਹਾਂ ਦੇ ਵਿੱਚ ਤੁਸੀਂ ਆਪਣੀ ਡਿਟੇਲ ਭਰਦੇ ਹੋਗੇ। ਜਿਵੇਂ ਆਪਣਾ ਨਾਮ ਪਾਉਂਦੇ ਹੋ, ਆਪਣਾ ਐਡਰੈਸ। ਜਿਵੇਂ ਮੰਨ ਲਓ ਐਡਮਿਸ਼ਨ ਫਾਰਮ ਹੁੰਦੇ ਆ, ਐਡਮਿਸ਼ਨ ਫਾਰਮ 'ਚ ਆਪਣਾ ਨਾਮ, ਐਡਰੈਸ, ਤੁਸੀਂ ਕਿਹੜੀ ਕਲਾਸ ਵਿੱਚ ਐਡਮਿਸ਼ਨਸ ਲੈਣੀਆਂ, ਅਤੇ ਉਹ ਸਾਰੇ ਕੀ ਨੇਗੀ ਇੱਕ ਫਾਰਮ ਆ। ਫਾਰਮ ਦਾ ਹਿੱਸਾ ਕਿਵੇਂ ਬਣਦਾ ਗਾ, ਫਾਰਮ ਕਿਵੇਂ ਬਣਦੇ ਨੇ, ਐਲੀਮੈਂਟਸ ਅਤੇ ਕੰਟਰੋਲ ਸਾਰੇ ਉਹਦਾ ਇੱਕ ਹਿੱਸਾ ਨੇ ਫਾਰਮ ਦਾ। ਅੱਗੇ ਆਪਣੇ ਕੋਲੇ ਫਾਰਮ ਨੂੰ ਆਪਾਂ ਜਦੋਂ ਫਾਰਮ ਦੇ ਵਿੱਚ ਤੁਸੀਂ ਜਾਣਕਾਰੀ ਇਕੱਠੀ ਕਰਦੇ ਹੋ ਜਾਂ ਉਹਨੂੰ ਐਕਸਪਲੇਨ ਕਰਨਾ ਫਾਰਮ ਨੂੰ, ਤਾਂ ਉਹਦੇ ਲਈ ਆਪਣੇ ਕੋਲ ਮੈਥਡਸ ਦੀ ਲੋੜ ਪੈਂਦੀ ਹੈ। ਜਿਵੇਂ ਆਪਣੇ ਕੋਲ ਐਕਸ਼ਨ ਮੈਥਡ 'ਚ ਗੈਟ ਮੈਥਡ, ਪੋਸਟ ਮੈਥਡ, ਤੁਸੀਂ ਕਿੱਦਾਂ ਦੇਣਾ, ਕਿਸੇ ਤੋਂ ਕੀ ਲੈਣਾ, ਕੀ ਐਕਸ਼ਨ ਕਰ ਰਹੇ ਹੋ ਉੱਥੇ, ਉਹ ਸਾਰੇ ਕੀ ਨੇ ਮੈਥਡਸ ਹੁੰਦੇ ਨੇਗੇ ਕਿਸੇ ਵੀ ਫਾਰਮ ਦੇ ਵਿੱਚ ਇਨਫੋਰਮੇਸ਼ਨ ਨੂੰ ਐਕਸਪਲੇਨ ਕਰਨ ਦੇ ਲਈ। ਜਿਵੇਂ ਇਹਦਾ ਸਿੰਟੈਕਸ ਹੈ ਆਪਣੇ ਕੋਲੇ ਫਾਰਮ, ਐਕਸ਼ਨ, URL, ਫਿਰ ਮੈਥਡ ਕਿਹੜਾ ਲਗਾਤਾ, ਗੈਟ ਜਾਂ ਪੋਸਟ ਦਾ, ਫਾਰਮ ਐਲੀਮੈਂਟ, ਫਾਰਮ ਟੈਗ ਨਾਲ ਆਪਾਂ ਬੰਦ ਕਰਤਾ। ਫਾਰਮ ਹਮੇਸ਼ਾ ਫਾਰਮ ਟੈਗ ਨਾਲ ਸਟਾਰਟ ਹੋਏਗਾ। ਇਹਦੇ ਵਿੱਚ ਜੋ ਐਕਸ਼ਨ ਆ, ਐਕਸ਼ਨ ਦੇ ਵਿੱਚ ਕੀ ਹੋਊਗਾ, ਇਹ ਸਪੈਸੀਫਾਈ ਕੀ ਕਰੂਗਾ, ਸਬਮਿਟ ਡਾਟਾ। ਜਿਹੜਾ ਤੁਸੀਂ ਡਾਟਾ ਸਬਮਿਟ ਕੀਤਾ ਐਕਸ਼ਨ ਦੇ ਵਿੱਚ URL ਵਿੱਚ ਆਊਗਾ। ਗੈਟ ਮੈਥਡ ਕੀ ਹੋਊਗਾ, ਯੂਜ਼ ਟੂ ਐਨਕੋਡ ਦਾ ਫੀਡਰ ਡਾਟਾ ਬਾਈ ਦਾ ਯੂਜ਼ਰ, ਜਿਹੜਾ ਯੂਜ਼ਰ ਦੇ ਦੁਆਰਾ ਫੀਡ ਕੀਤਾ ਗਿਆ ਡਾਟਾ ਉਹ ਗੈਟ ਮੈਥਡ 'ਚ। ਪੋਸਟ ਮੈਥਡ ਦੇ ਵਿੱਚ ਕੀ ਆਊਗਾ, ਸਟੋਰ ਦਾ ਡਾਟਾ ਟੂ ਸਰਵਰ, ਕਿਹਦੇ ਦੁਆਰਾ, ਵਿਦਾਊਟ URL ਦੇ ਦੁਆਰਾ ਸਟੋਰ ਦਾ ਡਾਟਾ। ਪੋਸਟ ਦੇ ਵਿੱਚ ਕੀ ਹੋਊ, ਡਾਟਾ ਸਟੋਰ ਹੋਊਗਾ। ਗੈਟ ਦੇ ਵਿੱਚ ਕੀ ਹੋਊਗਾ, ਫੀਡ ਹੋਏਗਾ ਡਾਟਾ ਬਾਈ ਯੂਜ਼ਰ ਦੇ ਦੁਆਰਾ। ਮੈਥਡ ਕੀ ਹੁੰਦੀ ਹੈ, ਮੈਥਡ ਸਪੈਸੀਫਾਈ ਕਰੇਗਾ ਵੀ ਤੁਸੀਂ ਕਿਵੇਂ ਦਾ ਡਾਟਾ ਅਪਲੋਡ ਕੀਤਾ ਗਾ ਉੱਤੇ, ਬਾਈ ਯੂਜ਼ਰ ਦੁਆਰਾ ਕੀਤਾ ਗਿਆ ਜਾਂ ਸਟੋਰ ਸਰਵਰ ਦੇ ਦੁਆਰਾ ਕੀਤਾ ਗਿਆ। ਇਹ ਆਪਣਾ ਸਿੰਟੈਕਸ ਹੈਗਾ ਫਾਰਮ ਦਾ ਸਿੰਪਲ। ਅੱਗੇ ਆਪਣੇ ਕੋਲ ਆ ਗਏ ਡਿਫਰੈਂਟ ਕੰਟਰੋਲਸ ਕਿਹੜੇ ਕਿਹੜੇ ਹੁੰਦੇ ਨੇ ਫਾਰਮ ਦੇ ਵਿੱਚ।
इत्थे अपने कोले काफ़ी सारे फॉर्म दे विच कंट्रोल्स अवेलेबल नेगे जिन्हां दे थ्रू एक फॉर्म क्रिएट हुंदा गा। सब तो पहला हैगा इनपुट टैक्सट इनपुट जां कह सकदे हो तुसीं उहनूं टैक्सट बॉक्स, जिहदे विच की होगा तुसीं टैक्सट लिखदे हो जिथे आपां पूरी स्पैसीफिक इनफॉर्मेशन लिखदे आ फॉर्म दे विच, उहदे लई यूज़ हुंदा टैक्सट बॉक्स। मतलब जिथे तुसीं तीन तो लाइनां तो ज़्यादा लिखदे आ उत्थे आपां टैक्सट बॉक्स यूज़ करदे आ जदों आपां किसी चीज़ नूं परिभाषित खास जानकारी नूं एक परिभाषा दे रूप विच लिखीए तां आपां नूं टैक्सट बॉक्स दी जरूरत पऊगी। इहदे लई यूज़ होगा इनपुट एलीमेंट्स। इनपुट टैग तो हमेशा ही ये एलीमेंट क्रिएट होएगा, पहला आपां नूं इनपुट लिखना पएगा फिर उहदी टाइप, ते इसदा कोई भी एंड टैग नहीं हुंदा। जिवें तुसीं सिंटैक्स दे विच देखो, सिंटैक्स नूं तुसीं फॉर एग्जांपल लिख सकदे होगे इनपुट। इनपुट की आ इत्थे अपना एलीमेंट आगा, एक टैग कह सकदे आंगा जिहदे थ्रू आपां टैक्सट बॉक्स कंट्रोल नूं की कर देंगे, शुरुआत करदे आ, क्रिएट करदे आ। इनपुट टाइप आपां की लै लई टैक्सट, इनपुट टैग शुरुआत करके टाइप तुसी की लोगे टैक्सट, भी असी टैक्सट च लिखना। नेम च की आ गया फुल नेम, साइज़ कितना आ गया 20 अखरां दा साइज़, क्योंकि 20 आपां थों घट वध कर सकते हैं। जे तुसी 5 इत्थे करोगे तो सिर्फ 5 अखरां दा नाम ही लिखिया जाऊगा, उदों वध नहीं। 20 साइज़ आपां तां लिखिया भी 20 तक तुसी उत्थे अखर लिख सकते हो, ठीक है। टैक्सट की स्पैसीफाई करेगा इनपुट दी कंट्रोल, एट्रीब्यूट है टाइप, जो भी अपना टैक्सट है टाइप, ये टाइप इज़ एट्रीब्यूट है कि भी जो भी तुसी उत्थे इनपुट लिख रहे हो स्पैसीफाई करन दे लई तुसी किहड़ी किस्म दा जिहड़ा टैक्सट आ ओह लिखना। आपां इत्थे टैक्सट की लिख रहे हैं, टैक्सट लिख रहे हैं, टाइप की लै रहे हैं एट्रीब्यूट दी टैक्सट, भी असी जो चीज़ आ टैक्सट च लिखनी है। नेम की स्पैसीफाई करूगा भी जो भी तुसी नेम देना अपने कंट्रोल नूं, आपां कीता फुल नेम लिखिया जावे उत्थे भी तुहाडा, जिवें फुल नेम उत्थे लिखिया जावे। साइज़ की करूगा विथ, टैक्सट दी विथ। सेकंड है अपना चैक बॉक्स। चैक बॉक्स दे विच की होगा, इट इज़ यूज टू सिलेक्ट मोर दैन वन ऑप्शन फ्रॉम द लिस्ट ऑफ ऑप्शन। मतलब तुहाडे कोल एक लिस्ट आऊगी, लिस्ट दे विचों तुसी एक जां एक तो वध चीज़ां नूं सिलेक्ट करना, तां आपां चैक बॉक्स यूज़ करांगे। हमेशा यह सिक्योर, मतलब एक चौरस जिमें वर्ग के रूप विच आऊगा, एक वर्ग के रूप विच छोटा जिहा बॉक्स सिक्योर दे रही, जिन्हों तुसी सिलेक्ट ते डीसिलेक्ट कर सकते हो बाय क्लिकिंग के द्वारा। जो तुसी उहदे ते क्लिक करोगे चैक का निशान आ जाएगा, जिते दोबारा करोगे तो चैक का निशान हट जाएगा। सिलेक्ट ते डीसिलेक्ट कर सकते हो चैक बॉक्स दे विच। जिवें इनपुट टाइप आपां की लोगे चैक बॉक्स, नेम दे विच तुसी पा दोगे हॉकी, कबड्डी, अलग अलग गेम्स पा दो। जिवें तुहानूं कोई पूछे भी तुहाडी हैबिट की है जां तुहाडीआं पसंदीदा जिहड़ियां गेम्स ने वो किहड़ियां ने, तां तुसी किसी दी दो, किसी नूं हॉकी ते क्रिकेट पसंद आ, किसी नूं फुटबॉल ते हॉकी पसंद आ, किसी नूं मैनी होणगे तां तुसी टिक करोगे। हॉकी ते भी टिक होएगा, क्रिकेट ते भी टिक हो जाएगा, फुटबॉल ते भी टिक हो जाएगा। जिसनूं एक दो जां दो तो वध जिन्नियां भी पसंद ने उत्थे तुसी टिक करोगे। तो उहदे लई आपां यूज़ करांगे चैक बॉक्स। मैनी ऑप्शनस दे लई, लिस्ट दे विचों मैनी ऑप्शनस क्लिक करन दे लई आपां यूज़ करदे हां चैक बॉक्स। थर्ड अपना आ गया रेडियो बटन। रेडियो बटन यूज़ होगा सिर्फ सिंगल ऑप्शन नूं लिस्ट दे विचों सिलेक्ट करन दे लई, ओनली वन चॉइस एट अ टाइम। सिर्फ तुसी एक चॉइस ही जदों चुननी होवे तां तुसी रेडियो बटन यूज़ करोगे। रेडियो बटन हमेशा सर्कल दे विच आंदे हुंदे ने। जिवें इनपुट टाइप रेडियो, नेम आपां जेंडर ले लिया, वैल्यू च मेल ते फीमेल दी पा दो, तां तुसी सिर्फ एक ऑप्शन चुनोगे मेल जां फीमेल, तां तुसी की यूज़ करोगे रेडियो बटन। अगला है अपना पासवर्ड। पासवर्ड की हैगा, पासवर्ड है तां टैक्सट बॉक्स, पर इहदे विच जिहड़े करैक्टर टाइप करे जाणगे यूजर दे द्वारा ओह आपां नूं बुलेट मीनस डॉट 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 दे विच शो होणगे, जां एस्ट्रिक साइन मतलब मल्टी दा साइन होएगा, जिवें एवें शो होणगे। मतलब जो आपां टाइप कर रहे हो आपां नूं दिखेगा नहीं, वो किहदे विच शो हो जाएगा, डॉट दे विच जां एस्ट्रिक दे विच।
ਉਹਦੇ ਲਈ ਆਪਾਂ ਯੂਜ਼ ਕੀ ਕਰਾਂਗੇ, ਇਨਪੁਟ ਟਾਈਪ ਪਾਸਵਰਡ, ਨੇਮ ਕੀ ਆ ਪਾਸਵਰਡ। ਸਟਾਰ ਦੇ ਵਿੱਚ ਜਾਂ ਬੁਲਟ ਦੇ ਵਿੱਚ ਆਪਾਂ ਨੂੰ ਜਿਹੜੇ ਅੱਖਰ ਨੇ ਉਹ ਟਾਈਪ ਹੋ ਕੇ ਆਣਗੇ ਪਾਸਵਰਡ ਦੇ ਵਿੱਚ। ਅਗਲਾ ਹੈ ਆਪਣਾ ਸਬਮਿਟ ਬਟਨ। ਮੰਨ ਲਓ ਜਦੋਂ ਤੁਸੀਂ ਡਾਟਾ ਭਰ ਲਿਆ ਤਾਂ ਤੁਹਾਨੂੰ ਉਹਨੂੰ ਸਬਮਿਟ ਵੀ ਕਰਨਾ ਪਊਗਾ। ਸਬਮਿਟ ਕਰਨ ਦੇ ਲਈ, ਡਾਟੇ ਨੂੰ ਸੈਂਡ ਕਰਨ ਦੇ ਲਈ ਸਾਨੂੰ ਕਿਹਦੀ ਲੋੜ ਪਏਗੀ, ਇੱਕ ਸਬਮਿਟ ਬਟਨ ਦੀ। ਸਬਮਿਟ ਬਟਨ ਦੇ ਵਿੱਚ ਜਿਹੜਾ ਤੁਹਾਡਾ ਡਾਟਾ ਹੈਗਾ, ਸਬਮਿਟ ਬਟਨ ਉੱਤੇ ਕਲਿੱਕ ਕਰਨ ਤੇ URL ਨੂੰ ਭੇਜਣ ਲਈ ਵਰਤਿਆ ਜਾਊਗਾ। ਜੋ ਤੁਹਾਡਾ ਡਾਟਾ ਹੈਗਾ ਉਹ ਅੱਗੇ ਭੇਜਿਆ ਜਾਵੇਗਾ ਜਿਹਨੂੰ ਤੁਸੀਂ ਭੇਜ ਰਹੇ ਹੋਗੇ। ਜਿਵੇਂ ਹੀ ਤੁਸੀਂ ਸਬਮਿਟ ਬਟਨ ਤੇ ਕਲਿੱਕ ਕਰੋਗੇ ਤੁਹਾਡਾ ਭਰਿਆ ਹੋਇਆ ਪੂਰਾ ਫਾਰਮ ਸਪੈਸੀਫਿਕ ਬੰਦੇ ਦੇ ਕੋਲੇ ਚੱਲ ਜਾਊਗਾ। ਉਹਦੇ ਲਈ ਤੁਸੀਂ ਟਾਈਪ ਯੂਜ਼ ਕਰੋਗੇ ਸਬਮਿਟ, ਵੈਲਿਊ ਕੀ ਹੈ ਸਬਮਿਟ, ਉੱਥੇ ਇੱਕ ਸਬਮਿਟ ਦਾ ਬਟਨ ਬਣ ਕੇ ਆ ਜਾਏਗਾ। ਅੱਗੇ ਆਪਣਾ ਮਲਟੀਪਲ ਲਾਈਨ ਟੈਕਸਟ ਇਨਪੁਟ, ਜਾਂ ਉਹਨੂੰ ਕਹਿ ਸਕਦੇ ਹੋ ਟੈਕਸਟ ਏਰੀਆ, ਜਿਹਦੇ ਵਿੱਚ ਤੁਸੀਂ ਮਲਟੀਪਲ ਲਾਈਨਸ ਲਿਖ ਸਕਦੇ ਹੋ। ਮਤਲਬ ਕਾਫੀ ਸਾਰੀਆਂ ਲਾਈਨਾਂ ਨੂੰ ਤੁਸੀਂ ਡਿਸਕ੍ਰਾਈਬ ਕਰਨ ਦੇ ਲਈ ਯੂਜ਼ ਕਰੋਗੇ ਟੈਕਸਟ ਏਰੀਆ। ਇਹਦੇ ਵਿੱਚ ਕੀ ਹੋਊਗਾ, ਲਾਰਜ ਅਮਾਊਂਟ ਆਫ ਡਾਟਾ ਸਟੋਰ ਹੋ ਜਾਂਦਾ ਹੁੰਦਾ ਟੈਕਸਟ ਏਰੀਆ ਦੇ ਵਿੱਚ। ਟੈਕਸਟ ਏਰੀਆ ਦੇ ਵਿੱਚ ਰੋ ਤੇ ਕਾਲਮਸ ਹੋ ਜਾਣਗੀਆਂ। ਜਿਵੇਂ ਤੁਸੀਂ ਐਡਰੈਸ ਵਗੈਰਾ ਯੂਜ਼ ਕਰਨਾ ਤਾਂ ਉਹਦੇ ਲਿਖਣਾ ਗਾ ਕਿਤੇ, ਤਾਂ ਆਪਾਂ ਉਹਦੇ ਲਈ ਟੈਕਸਟ ਏਰੀਆ ਯੂਜ਼ ਕਰਾਂਗੇ। ਐਡਰੈਸ ਜਦੋਂ ਆਪਾਂ ਨੇ ਕੁਛ ਟਾਈਪ ਕਰਨਾ, ਐਡਰੈਸ ਕਿਸੇ ਚੀਜ਼ ਦਾ। ਜਿਵੇਂ ਹੁਣ ਇਹ ਤੁਹਾਨੂੰ ਐਗਜ਼ਾਮਪਲ ਆਫ ਫਾਰਮ ਦੀ ਐਗਜ਼ਾਮਪਲ ਦਿੱਤੀ ਹੋਈ ਹੈਗੀ। HTML ਹੈਡ ਟਾਈਟਲ ਸ਼ੁਰੂ ਕਰਕੇ ਐਡਮਿਸ਼ਨ ਫਾਰਮ ਆ। ਜਿਵੇਂ ਹੁਣ ਐਡਮਿਸ਼ਨ ਫਾਰਮ ਦੇ ਵਿੱਚ ਦੇਖੋ ਆਪਾਂ ਨੇ ਲਿਖਿਆ ਰਜਿਸਟ੍ਰੇਸ਼ਨ ਫਾਰਮ ਲਿਆਗਾ। ਰਜਿਸਟ੍ਰੇਸ਼ਨ ਫਾਰਮ ਦੇ ਵਿੱਚ ਇਨਪੁਟ ਟਾਈਪ ਟੈਕਸਟ ਨੇਮ, ਠੀਕ ਆ, ID ਵੀ ਟੈਕਸਟ ਨੇਮ, ਉਹਦਾ ਸਾਈਜ਼ ਦੇਤਾ। ਫਿਰ ਟੈਕਸਟ ਨੇਮ ਵਿੱਚ ਇੱਕ ਫਾਦਰ ਨੇਮ ਲੈ ਲਿਆ, ਮਦਰ ਨੇਮ ਲੈ ਲਓ, ਅੱਗੋਂ ਮੈਂ ਐਡਰੈਸ ਲੈ ਲਿਆ ਟੈਕਸਟ ਦੇ ਵਿੱਚ, ਪਰਸਨਲ ਐਡਰੈਸ ਲੈ ਲਿਆ। ਆ ਦੇਖੋ ਰੇਡੀਓ ਬਟਨ ਲਿਆ, ਰੇਡੀਓ ਬਟਨ 'ਚ ਸੈਕਸ ਲੈ ਲਿਆ, ਮੇਲ ਲੈ ਲਿਆ, ਇੱਕ ਫੀਮੇਲ ਲੈ ਲਿਆ, ਸਿਟੀ ਲੈ ਲਈ ਪਟਿਆਲਾ, ਚੰਡੀਗੜ੍ਹ, ਬਰਨਾਲਾ, ਰੇਡੀਓ ਲੁਧਿਆਣਾ। ਇਹ ਸਾਰੇ ਕੀ ਹੋ ਗਏ, ਆਪਸ਼ਨਸ ਦੇ ਵਿੱਚ ਲੈ ਲਈਆਂ ਸਾਰੀਆਂ ਚੀਜ਼ਾਂ ਰੇਡੀਓ ਬਟਨ ਦੇ ਵਿੱਚ। ਇਹਦੋਂ ਅੱਗੇ ਕੋਰਸ ਸਿਲੈਕਟ ਕਰ ਲਏ, ਕੋਰਸ ਕਿਹੜੇ ਕਿਹੜੇ ਨੇ, ਸਟੇਟ ਕਰ ਲਈਆਂ ਕਿਹੜੀਆਂ ਕਿਹੜੀਆਂ ਨੇ, ਫਿਰ ਪਿਨ ਕੋਡ ਪਾ ਲਿਆ, ਈਮੇਲ ID, ਡੇਟ ਆਫ ਬਰਥ ਬੱਚੇ ਦਾ, ਮੋਬਾਈਲ ਨੰਬਰ, ਫਿਰ ਸਬਮਿਟ ਦਾ ਬਟਨ। ਆਪਣਾ ਫਾਰਮ ਕੀ ਤਿਆਰ ਹੋ ਕੇ ਆਇਆ, ਇਹ ਨਾਮ, ਫਾਦਰ ਨੇਮ, ਉਹਦਾ ਐਡਰੈਸ, ਪਰਸਨਲ ਐਡਰੈਸ, ਸੈਕਸ ਕੀ ਹੈ ਮੇਲ ਫੀਮੇਲ, ਇਹ ਰੇਡੀਓ ਬਟਨ ਨੇ ਆਪਣੇ, ਸਿਟੀ, ਇਹ ਹੋ ਗਈਆਂ ਆਪਣੀਆਂ ਲਿਸਟ। ਮਲਟੀਪਲ ਦੇ ਵਿੱਚੋਂ ਵਨ ਚੁਆਇਸ ਕਰਨੀ, ਕੋਰਸ ਤੇ ਸਟੇਟ ਤੁਹਾਡਾ ਕੀ ਆ, ਇੱਥੇ ਪਿਨ ਕੋਡ। ਜਦੋਂ ਤੁਸੀਂ ਸਬਮਿਟ ਕਲਿੱਕ ਕਰੋਗੇ ਤਾਂ ਉਹ ਸਬਮਿਟ ਹੋ ਜਾਊਗਾ। ਇਹ ਸਾਰਾ ਫਾਰਮ ਆਪਾਂ ਆਨਲਾਈਨ ਫਿਲ ਕਰਨ ਦੇ ਲਈ। ਇਹਦੋਂ ਅੱਗੇ ਆਪਣਾ ਸੈਕਿੰਡ ਆ ਗਿਆ ਫਰੇਮ। ਫਰੇਮ ਕੀ ਹੈਗਾ, ਫਰੇਮ ਹੁੰਦੇ ਨੇ ਵਿੰਡੋ ਦੇ ਉੱਤੇ ਸੈਕਸ਼ਨ ਕ੍ਰੀਏਟ ਕਰ ਲੈਣੇ। ਮੀਨਸ ਵਿੰਡੋ ਨੂੰ ਡਿਵਾਈਡ ਕਰ ਲੈਣਾ ਦੋ ਜਾਂ ਦੋ ਤੋਂ ਜ਼ਿਆਦਾ ਪਾਰਟਸ ਦੇ ਵਿੱਚ। ਮਤਲਬ ਫਰੇਮ ਜੋ ਵਿੰਡੋ ਬਣਾਈ ਆ, ਇੱਕੋ ਹੀ ਵਿੰਡੋ ਨੂੰ ਕਾਫੀ ਸਾਰੇ ਸੈਕਸ਼ਨ ਦੇ ਵਿੱਚ ਕ੍ਰੀਏਟ ਕਰ ਲੈਣਾ, ਉਹਨੂੰ ਬੋਲ ਦਿੰਦੇ ਨੇ ਫਰੇਮ। ਈਚ ਸੈਕਸ਼ਨ ਕੈਨ ਲੋਡ ਸੈਪਰੇਟ HTML ਡਾਕੂਮੈਂਟ। ਹਰ ਇੱਕ ਜਿਹੜਾ ਸੈਕਸ਼ਨ ਆ ਉਹਦੇ ਵਿੱਚ ਆਪਾਂ ਅਲੱਗ-ਅਲੱਗ ਜਿਹੜੇ ਡਾਕੂਮੈਂਟਸ ਨੇਗੇ ਉਹ ਅਪਲੋਡ ਕਰ ਸਕਦੇ ਹੈਗੇ। ਖੁੱਲਣਗੇ ਇੱਕੋ ਟਾਈਮ ਆਪਾਂ ਨੂੰ ਚਾਰੋਂ ਦੇ ਚਾਰੋਂ, ਜਾਂ 4 ਜਾਂ 5 ਜੋ ਜਿੰਨੇ ਤੁਸੀਂ ਬਣਾ ਰਹੇ ਹੋ ਵਿੰਡੋ ਦੇ ਉੱਪਰ, ਪਰ ਹਰ ਇੱਕ ਦੇ ਉੱਤੇ ਆਪਣਾ ਆਪਣਾ ਕੰਮ ਹੋਏਗਾ। ਹਰ ਇੱਕ ਫਰੇਮ ਦੇ ਵਿੱਚ ਆਪਣਾ ਕੰਮ ਕਹਿ ਸਕਦੇ ਹਾਂ। ਦ ਵਿੰਡੋ ਇਜ਼ ਡਿਵਾਈਡਡ ਇਨਟੂ ਫਰੇਮ। ਵਿੰਡੋ ਨੂੰ ਫਰੇਮ ਦੇ ਵਿੱਚ ਵੰਡਿਆ ਗਿਆ। ਜਿਵੇਂ ਆਪਾਂ ਟੇਬਲ ਨੂੰ ਰੋ ਤੇ ਕਾਲਮਸ ਦੇ ਵਿੱਚ ਵੰਡਦੇ ਹਾਂ, ਜਿਵੇਂ ਇੱਕ ਟੇਬਲ ਨੂੰ ਰੋ ਤੇ ਕਾਲਮਸ 'ਚ ਵੰਡਿਆ ਜਾਂਦਾ, ਉਵੇਂ ਆਪਾਂ ਵਿੰਡੋ ਨੂੰ ਫਰੇਮ ਦੇ ਵਿੱਚ ਡਿਵਾਈਡ ਕਰ ਲਾਂਗੇ। ਠੀਕ ਆ। ਫਰੇਮ ਇੱਕੋ ਸਮੇਂ ਵਿੱਚ ਇੱਕੋ ਹੀ ਬਰਾਊਜ਼ਰ ਦੇ ਅੰਦਰ ਕੰਮ ਕਰੇਗਾ। ਇੱਕੋ ਹੀ ਬਰਾਊਜ਼ਰ ਤੇ ਐਟ ਅ ਟਾਈਮ ਇੱਕੋ ਹੀ ਵਿੰਡੋ ਦੇ ਉੱਤੇ ਮਲਟੀਪਲ ਡਾਕੂਮੈਂਟਸ ਆਪਾਂ ਨੂੰ ਸ਼ੋ ਹੋ ਜਾਣਗੇ, ਡਿਸਪਲੇ ਹੋ ਜਾਣਗੇ। ਉਹਨੂੰ ਬੋਲਦੇ ਨੇ ਫਰੇਮ। ਜਦੋਂ ਇੱਕੋ ਹੀ ਬਰਾਊਜ਼ਰ ਦੇ ਉੱਤੇ ਇੱਕੋ ਹੀ ਵਿੰਡੋ ਦੇ ਉੱਪਰ ਕਾਫੀ ਸਾਰੇ ਮਲਟੀਪਲ ਜਿਹੜੇ ਡਾਕੂਮੈਂਟਸ ਨੇ ਉਹ ਡਿਸਪਲੇ ਹੋ ਜਾਣ, ਉਹ ਆਪਾਂ ਨੂੰ ਫਰੇਮ ਦੇ ਥਰੂ ਪ੍ਰੋਵਾਈਡ ਹੁੰਦੇ ਨੇ, ਉਹਨਾਂ ਨੂੰ ਬੋਲਦੇ ਨੇ ਫਰੇਮ। ਫਰੇਮ ਨੂੰ ਕ੍ਰੀਏਟ ਕਰਨ ਦੇ ਲਈ ਆਪਾਂ ਨੂੰ ਫਰੇਮ ਸੈਟ ਟੈਗ ਤੇ ਫਰੇਮ ਟੈਗ ਦੀ ਲੋੜ ਪਊਗੀ। ਫਰੇਮ ਸੈਟ ਤੇ ਫਰੇਮ ਟੈਗ।
फ्रेम सैट टैग की है, जो काफ़ी सारे फ्रेम्स की कलैक्शन हो जाती है, काफ़ी सारे फ्रेम इकट्ठे हो जाते हैं तो वो फ्रेम सैट बन जाते हैं। इक्को विंडो के उत्ते विच काफ़ी सारे दो या दो तो वध, जिवें तुहानूं दस्सिया सीगा दो या दो तो वध फ्रेम इकट्ठे शो हो रहे हैं तो वो की बन जाएंगे फ्रेम सैट। कलैक्शन ऑफ फ्रेम्स की जे इक्को ही फ्रेम शो हो रहा तो वो फ्रेम होएगा, जो दो या दो तो ज़्यादा शो हो रहे हैं तो फ्रेम सैट होएगा। ਉਹਦੇ ਲਈ ਆਪਾਂ यूज़ की करांगे फ्रेम सैट टैग बॉडी टैग के अंदर। बॉडी टैग के बजाय आप अगे आप बॉडी टैग यूज़ करते सी, हुण बॉडी टैग की थां ते आप फ्रेम सैट टैग जिहड़ा वो यूज़ करांगे। रो एट्रीब्यूट्स होणगे ते कॉलम्स। रो ते कॉलम्स दोने तरह के फ्रेम अपने कोले इत्थे आपां नूं शो होणगे। सिंटैक्स फ्रेम सैट ऐदा ही बंद होएगा। फ्रेम सैट टैग के एट्रीब्यूट्स किहड़े ने? कॉलम, रोज़, बॉर्डर ते फ्रेम स्पेस। कॉलम्स तो की पता लगू? कॉलम्स का साइज की हैगा ते कॉलम्स की नेगियां वो स्पैसीफिक होणगियां। रो दे विच आपां नूं रोज़ का साइज ते उन्हां दे नंबर स्पैसीफिक होणगे। बॉर्डर दे विच उन्हां दी विथ पिक्सल दे विच आपां नूं स्पैसीफाई होएगी। ते फ्रेम स्पेसिंग दे विच की होगा? स्पेस होगी फ्रेम्स दे विच भी जे अपने दो या दो तो फ्रेम बने हुए नेगे तो उन्हां च आपसी स्पेस कितनी हैगी फ्रेम सैट दे विच आपां नूं फ्रेम स्पेसिंग के थ्रू पता लगेगा। अगे है अपना फ्रेम टैग। इदों पहला आप फ्रेम सैट पढ़िया सी। फ्रेम सैट होगा भी जिवें काफ़ी सारे फ्रेम आप इकट्ठे शो कर रहे हैं, फ्रेम सैट कलैक्शन ऑफ फ्रेम्स का फ्रेम सैट टैग की यूज़ करांगे। जो तुसीं फ्रेम डिफाइन करना गा टैग फ्रेम सैट यूज़ होएगा, पर ये एक सिंगल फ्रेम आ जाऊगा। अपन एक फ्रेम सैट टैग के अंदर एक फ्रेम नूं ही परिभाषित किया जाता होगा। जिवें तुसीं फ्रेम सोर्स दे विच की होगा? जो भी फाइल का नेम लैना तुसीं, जिवें फ्रेम 1.html ये अपना URL HTML, ठीक है। ये एट्रीब्यूट्स की हो गए? नेम हो गया, फ्रेम बॉर्डर हो गया, मार्जिन विथ होगी, स्क्रॉलिंग होगी। नेम दे विच भी तुसीं की नाम लिया गा फ्रेम का, ਜਾਂ ਤੁਸੀਂ ਇੱਕ दस्तावेज जो भी ਤੁਹਾਡਾ ਡਾਕੂਮੈਂਟਸ ਆ ਉਹਨੂੰ ਇੱਕ ਫਰੇਮ ਦੇ ਵਿੱਚ ਕਿਵੇਂ ਅਪਲੋਡ ਕੀਤਾ ਜਾਣਾ, ਇਹ ਨਾਮ ਤੋਂ ਹੀ ਪਤਾ ਲੱਗੇਗਾ ਕਿਹੜੇ ਨਾਮ ਤੋਂ ਕਿਹੜਾ ਆਪਾਂ ਨੇ ਜਿਹੜਾ ਡਾਕੂਮੈਂਟ ਆ ਉਹ ਆਪਾਂ ਨੇ ਫਰੇਮ ਦੇ ਵਿੱਚ ਅਪਲੋਡ ਕੀਤਾ ਗਾ। ਫਰੇਮ ਬਾਰਡਰ ਦੇ ਵਿੱਚ ਉਹਦੀ ਵੈਲਿਊਜ਼ ਪਤਾ ਲੱਗੂਗੀ ਆਪਾਂ ਨੂੰ ਵੀ ਕੀ ਵੈਲਿਊਜ਼ ਆ ਬਾਰਡਰ ਦੀ ਸਾਈਡਾਂ ਤੋਂ। ਮਾਰਜਨ ਦੇ ਵਿੱਚ ਉਹਦੀ ਵਿਥ ਪਤਾ ਲੱਗੂਗੀ, ਮਾਰਜਨ ਪਤਾ ਲੱਗੇਗਾ ਲੈਫਟ ਰਾਈਟ किन्ना मार्जन आगा, ठीक है, की स्पेस आ गई लंबाई चढ़ाई दी। स्क्रॉलिंग दे विच स्क्रॉल बार मतलब ऊपर नीचे घुमाना आगा, जो विथ फ्रेम किन्ना आपां नूं दिखाई दे रहा, कित्थे आपां नूं रखना किधर, वो स्क्रॉल बार के थ्रू होएगा। एग्जाम्पल ऑफ फ्रेम दी ये है एग्जाम्पल सिंपल फ्रेम की एग्जाम्पल आ चिम कॉलम्स ते रोज़ दे विच सिंपल। अगे है अपना मल्टीमीडिया की है। मल्टीमीडिया च सब तो पहला आऊगा मार्क्यू कादे लई यूज़ हुंदा गा? मार्क्यू यूज़ हुंदा भी वैब पेज के उत्ते जो भी टैक्सट आ तुहानूं उहनूं मूव करन दे लई, मतलब वो लगातार टैक्सट तुहानूं शो हो रहा, चली जा रहा जां घूमी जा रहा गा, ये की होएगा? कंटेनर टैग होएगा। इहदे एट्रीब्यूट्स किहड़े ने? बीजी कलर जिहदे थ्रू असीं बैकग्राउंड कलर दस सकदे हां टैक्सट दा। डायरैक्शन टैक्सट की डायरैक्शन भी टैक्सट राइट तो आवे, लैफ्ट तो आवे, अप तो आवे, डाउन तो आवे, कित्थों आवे टैक्सट, खब्बे सज्जे तो। हाइट और दी हाइट कितनी हो पिक्सल दे विच, विथ कितनी होनी चाहिए पिक्सल दे विच। बिहेवियर मतलब भी स्क्रॉलिंग भी स्लाइडिंग होवे, स्क्रॉलिंग होवे जां अल्टरनेटिव होवे उधर। मार्क्यू होएगा जदों तुसीं कोई चीज़ देखते होंगे वैब पेज के उत्ते, कई बार अपन कोई ऐड आ रही होंगी तो अखर अगे पिछे उपर नीचे जा रहे होंगे ने लगातार, फिर अपने सामने आ जाते हैं, थोड़े टाइम लिए चले जाते हैं, फिर सामने आ जाते हैं, वो मार्क्यू लग्या होया, वो मार्क्यू टैग यूज़ किया होया। इहदे लई आपां मार्क्यू टैग लगावांगे। मार्क्यू टैग नाल तुहाडा जिहड़ा टैक्सट आ वैब पेज से लगातार मूव करता रहेगा, लगातार मूविंग होंदी रहेगी। यह है अपनी एग्जाम्पल ऑफ मार्क्यू टैग दी। मार्क्यू टैग उहदी विथ डायरैक्शन मैं दी है राइट साइड तो आवे लगातार, तो वो जिहड़ा मैं दिस इज एग्जाम्पल ऑफ मार्क्यू लिखा था ये राइट साइड तो मूव कर चलेगा, मूव करता होया आएगा। सैकेंड अपना हैगा एडिंग करनी ऑडियो तो वीडियो फाइल नूं HTML दे प्रोग्राम दे विच किसी भी यूज़र के द्वारा जो ऑडियो वीडियो HTML प्रोग्राम दे विच यूज़ करनी है तो आप एंकर टैग के थ्रू उन्होंने यूज़ करांगे। उत्थे आपां नूं उन्हां दा पाथ देना पैना, जिवें आपां पिछे इमेज करके आए सी, हाइपरलिंक करके आए सी, उदां ही
ਤਾਂ ਉੱਥੇ ਆਪਾਂ ਨੂੰ ਆਡੀਓ ਜਾਂ ਵੀਡੀਓ ਜਿਹੜੀ ਆਪਾਂ ਨੇ ਲੈਣੀ ਆ ਉਹਦਾ ਪਾਥ ਆਪਾਂ ਨੂੰ ਡਿਫਾਈਨ ਕਰਨਾ ਪਊਗਾ। ਐਟਰੀਬਿਊਟ ਕਿਹੜਾ ਚੱਕਣਾ ਪਏਗਾ, AREF, ਜਿਵੇਂ A ਐਂਕਰ ਟੈਗ, HREF ਡ੍ਰੌਪ ਡਾਟ ਮੂਵ। ਇੱਥੇ ਤੁਸੀਂ ਉਹਦਾ ਪਾਥ ਲਿਖੋਗੇ ਜਿਹੜੀ ਵੀ ਤੁਸੀਂ ਵੀਡੀਓ ਜਾਂ ਆਡੀਓ ਕਰਨੀ ਹੈ, ਪਲੇ ਵੀਡੀਓ ਜਾਂ ਪਲੇ ਆਡੀਓ ਜੋ ਵੀ ਕਰਨੀ ਹੈਗੀ ਉਹਦਾ ਪਾਥ ਲਿਖ ਕੇ ਤੁਸੀਂ ਐਵੇਂ ਪ੍ਰੋਗਰਾਮ ਬਣਾਓਗੇ। ਤਾਂ ਜਦੋਂ ਤੁਸੀਂ ਪਾਥ 'ਤੇ ਕਲਿੱਕ ਕਰੋਗੇ ਤਾਂ ਤੁਹਾਡੀ ਉਹ ਆਡੀਓ ਜਾਂ ਵੀਡੀਓ ਕੀ ਹੈ ਉਹ ਡਿਸਪਲੇ ਹੋਣ ਲੱਗ ਜਾਏਗੀ, ਸਟਾਰਟ ਹੋ ਜਾਏਗੀ। ਅਗਲਾ ਹੈ ਆਪਣਾ CSS। CSS ਦੀ ਫੁੱਲ ਫਾਰਮ ਹੈਗੀ ਹੈ ਕਾਸਕੈਡਿੰਗ ਸਟਾਈਲ ਸ਼ੀਟ। ਇਹਦੀ ਐਕਸਟੈਂਸ਼ਨ ਹੈ .CSS। ਇਹ ਜਿਹੜੀਆਂ ਸਟਾਈਲ ਸ਼ੀਟ ਹੁੰਦੀਆਂ ਨੇ ਇਹਨਾਂ ਦੇ ਵਿੱਚ ਲੋਟ ਆਫ ਵਰਕ ਆ ਜਿਹੜਾ ਉਹ ਸੇਵ ਹੋ ਸਕਦਾ ਗਾ। ਕਾਫੀ ਸਾਰਾ ਜੋ ਵਰਕ ਆ ਤੁਹਾਡਾ ਉਹ ਇੱਥੇ ਤੁਸੀਂ ਸੇਵ ਕਰ ਸਕਦੇ ਹੋ, ਠੀਕ ਆ। ਦੂਸਰਾ, ਤੁਸੀਂ ਇੱਕੋ ਸਮੇਂ ਦੇ ਵਿੱਚ ਜਿਹੜੇ ਮਲਟੀਪਲ ਵੈਬ ਪੇਜ ਨੇਗੇ ਉਹਨਾਂ ਨੂੰ ਕੰਟਰੋਲ ਕਰਕੇ ਰੱਖ ਸਕਦੇ ਹੋ CSS ਦੇ ਵਿੱਚ। CSS ਦੇ ਵਿੱਚ ਤੁਹਾਡੇ ਮਲਟੀਪਲ ਜੋ ਵੀ ਵੈਬ ਪੇਜ ਨੇ ਉਹਨਾਂ ਨੂੰ ਤੁਸੀਂ ਕੀ ਕਰ ਸਕਦੇ ਹੋ, ਕੰਟਰੋਲ ਕਰ ਸਕਦੇ ਹੋਗੇ ਐਟ ਅ ਟਾਈਮ ਦੇ ਵਿੱਚ। ਅ ਸਟਾਈਲ ਇਜ਼ ਡਿਫਾਈਨਡ ਵਿਦਿਨ 2 ਸੈਕਸ਼ਨ। ਇਹ ਜਿਹੜੀ ਸਟਾਈਲ ਆ ਗਈ ਉਹ 2 ਸੈਕਸ਼ਨਾਂ ਦੇ ਵਿੱਚ ਵੰਡੀ ਗਈ ਹੈ। ਇੱਕ 1 ਔਰ ਮੋਰ ਸਿਲੈਕਟਰਸ, ਇੱਕ 1 ਔਰ ਮੋਰ ਡਿਕਲੇਰੇਸ਼ਨਸ। ਇੱਕ ਜਾਂ ਇੱਕ ਤੋਂ ਵੱਧ ਸਿਲੈਕਟਰ ਜੋ ਇਕੱਠੇ ਕਰਦੇ ਨੇ, ਇੱਕ ਜਾਂ ਇੱਕ ਤੋਂ ਵੱਧ ਡਿਕਲੇਰੇਸ਼ਨ। ਤੇ ਹਮੇਸ਼ਾ ਐਨਕਲੋਜ਼ਡ ਕਰਲੀ ਬ੍ਰੇਸਿਸ ਦੇ ਨਾਲ ਹੋਣਗੀਆਂ CSS ਸਟਾਈਲਸ। ਜਿਵੇਂ ਫੋਰ ਐਗਜ਼ਾਮਪਲ ਦੇ ਵਿੱਚ ਸਿਲੈਕਟਰ ਕਰਲੀ ਬ੍ਰੇਸਿਸ ਸ਼ੁਰੂ, ਫਿਰ ਉਹਦੀ ਪ੍ਰੋਪਰਟੀ ਕੀ ਹੈ, ਉਹਦੀ ਵੈਲਿਊ ਕੀ ਹੈ, ਹਮੇਸ਼ਾ ਕੋਲਨ ਤੇ ਸੈਮੀ ਕੋਲਨ ਨਾਲ ਬੰਦ ਕਰਕੇ ਕਰਲੀ ਬ੍ਰੇਸਿਸ ਬੰਦ ਕਰਨੀ ਹੈ। ਸਿਲੈਕਟਰ ਮੰਨ ਲਓ P ਤੇ ਪ੍ਰੋਪਰਟੀ ਆਪਾਂ ਕੀ ਲੈ ਲਈ, ਫੌਂਟ ਸਾਈਜ਼, ਵੈਲਿਊ ਕੀ ਦੇਤਾ 10 ਦੇਤਾ ਉਹਨੂੰ, ਠੀਕ ਆ। ਹਰ ਇੱਕ ਪ੍ਰੋਪਰਟੀ ਦਾ ਆਪਣਾ ਇੱਕ ਨਾਮ ਹੋਊਗਾ, ਆਪਣੀ ਇੱਕ ਵੈਲਿਊ ਹੋਊਗੀ ਤੇ ਹਮੇਸ਼ਾ ਉਹ ਕੋਲਨ ਦੇ ਨਾਲ ਸੈਪਰੇਟ ਹੋਏਗੀ ਪ੍ਰੋਪਰਟੀ। ਤੇ ਈਚ ਪ੍ਰੋਪਰਟੀ ਡਿਕਲੇਰੇਸ਼ਨ ਕਿਹਦੇ ਨਾਲ ਹੋਏਗੀ, ਉਹਦੀ ਸੈਮੀ ਕੋਲਨ ਦੇ ਨਾਲ। ਹਰ ਇੱਕ ਪ੍ਰੋਪਰਟੀ ਦੀ ਜਿਹੜੀ ਡਿਕਲੇਰੇਸ਼ਨ ਆ ਉਹ ਸੈਮੀ ਕੋਲਨ ਦੇ ਨਾਲ ਹੋਏਗੀ ਸੈਪਰੇਟ, ਤੇ ਜਿਹੜੀ ਆਪਣੀ ਪ੍ਰੋਪਰਟੀ 'ਚ ਨੇਮ ਤੇ ਵੈਲਿਊ ਉਹ ਸੈਪਰੇਟਡ ਕਿਹਦੇ ਨਾਲ ਹੋਣਗੇ, ਕੋਲਨ ਦੇ ਨਾਲ। 3 ਤਰ੍ਹਾਂ ਦੀਆਂ ਸਟਾਈਲਸ ਨੇਗੀਆਂ ਡਾਕੂਮੈਂਟਸ ਦੇ ਵਿੱਚ ਆਪਾਂ ਕਰ ਸਕਦੇ, ਇਨਲਾਈਨ, ਇੰਟਰਨਲ ਤੇ ਐਕਸਟਰਨਲ। ਇਨਲਾਈਨ ਨੇ ਜਿਹੜੀਆਂ ਉਹ ਆਪਾਂ ਬਾਈ ਯੂਜ਼ਿੰਗ ਸਟਾਈਲ ਐਟਰੀਬਿਊਟਸ, ਇੰਟਰਨਲ ਬਾਈ ਯੂਜ਼ਿੰਗ ਸਟਾਈਲ ਐਲੀਮੈਂਟ ਇਨ ਹੈਡ ਸੈਕਸ਼ਨ ਦੇ ਵਿੱਚ। ਇੰਟਰਨਲ ਜਿਹੜੀਆਂ CSS ਕਰੋਗੇ ਉਹ ਸਟਾਈਲ ਐਲੀਮੈਂਟ ਦੇ ਨਾਲ, ਸਟਾਈਲ ਐਟਰੀਬਿਊਟ ਨਾਲ ਹੀ ਯੂਜ਼ ਕਰਾਂਗੇ ਪਰ ਹੈਡ ਸੈਕਸ਼ਨ ਦੇ ਵਿੱਚ। ਐਕਸਟਰਨਲ ਤੁਸੀਂ ਲਿੰਕ ਐਲੀਮੈਂਟ ਦੇ ਨਾਲ ਕਰਾਂਗੇ ਆਪਾਂ ਇਨ ਐਕਸਟਰਨਲ CSS। external by using link element ਦੇ ਨਾਲ, internal by using a style element per head section ਦੇ ਵਿੱਚ, inline by using style attributes ਦੇ ਨਾਲ। ਅੱਗੇ ਆਪਣਾ ਆ ਗਿਆ ਇਨਲਾਈਨ ਸਟਾਈਲ। ਕੀ ਹੋਊਗਾ, ਇਨਲਾਈਨ ਸਟਾਈਲ ਨੇ ਜਿਹੜੇ ਉਹ ਵਾਲੇ ਸਟਾਈਲ ਨੇ ਜਿਹੜੇ ਆਪਾਂ ਡਾਇਰੈਕਟਲੀ HTML ਟੈਗ ਦੇ ਵਿੱਚ ਜਦੋਂ ਤੁਸੀਂ ਰਿਟਰਨ ਕਰ ਦਿੰਦੇ ਹੋ। ਇਨਲਾਈਨ ਸਟਾਈਲ ਹੋਣਗੇ ਜਿਹੜੇ ਤੁਸੀਂ ਡਾਇਰੈਕਟਲੀ HTML ਟੈਗ ਦੇ ਵਿੱਚ ਹੀ ਲਿਖ ਦਿੰਦੇ ਹੋਗੇ। ਇਹਦੇ ਵਿੱਚ ਸਿਰਫ ਆਪਾਂ ਸਟਾਈਲ ਐਟਰੀਬਿਊਟ ਯੂਜ਼ ਕਰਦੇ ਹਾਂ। ਐਲੀਮੈਂਟ, ਸਟਾਈਲ, ਪ੍ਰੋਪਰਟੀ ਪਾਤੀ, ਉਹਦੀ ਵੈਲਿਊ। ਐਲੀਮੈਂਟਸ ਤੁਸੀਂ ਕੋਈ ਵੀ ਲੈ ਲਓ, P ਕੁਛ ਵੀ ਲੈ ਸਕਦੇ ਹੋ, ਜਿਵੇਂ ਮੈਂ P ਲੈ ਲਿਆ, ਸਟਾਈਲ ਹੋ ਗਿਆ। ਪ੍ਰੋਪਰਟੀ ਮੈਂ ਕਲਰ ਲੈਤੀ, ਵੈਲਿਊ ਉਹਨੂੰ ਕੀ ਦੇਤਾ, ਕਲਰ ਕੀ ਹੋ ਜਾਏ, ਗ੍ਰੀਨ ਹੋ ਜਾਏ। ਇੰਟਰਨਲ ਤੇ ਐਬੈਂਡਡ ਸਟਾਈਲ ਕਿਹੜੀਆਂ ਹੁੰਦੀਆਂ ਨੇ, ਜਿਹੜੀਆਂ ਹੈਡ ਸੈਕਸ਼ਨ ਦੇ ਵਿੱਚ, ਜਿਵੇਂ ਤੁਹਾਨੂੰ ਦੱਸਿਆ ਸੀ ਸਟਾਈਲ ਟੈਗ ਯੂਜ਼ ਹੋਏਗਾ ਪਰ ਹੈਡ ਸੈਕਸ਼ਨ ਦੇ ਵਿੱਚ ਹੋਊਗਾ। ਇਹਦੇ ਵਿੱਚ ਜਿਹੜੀਆਂ ਸਟਾਈਲ ਸ਼ੀਟ ਡਿਫਾਈਨ ਹੋਣਗੀਆਂ ਇਹਨਾਂ ਦਾ ਰੂਲ ਆ ਵੀ ਉਹ ਹਮੇਸ਼ਾ ਹੈਡਰ ਸੈਕਸ਼ਨ ਦੇ ਵਿੱਚ ਹੀ ਆਪਾਂ ਨੂੰ ਡਿਫਾਈਨ ਕੀਤੀਆਂ ਜਾਣਗੀਆਂ ਯੂਜ਼ਿੰਗ ਅ ਸਟਾਈਲ ਟੈਗ। ਜਿਵੇਂ ਇਨਲਾਈਨ ਜਿਹੜੀਆਂ ਸਟਾਈਲ ਸੀਗੀਆਂ ਉਹ ਡਾਇਰੈਕਟਲੀ HTML ਟੈਗ ਦੇ ਵਿੱਚ ਹੁੰਦੀਆਂ ਸੀ, ਡਾਇਰੈਕਟਲੀ ਰਿਟਨ ਕਿੱਥੇ ਲਿਖੀਆਂ ਜਾਂਦੀਆਂ ਨੇ, HTML ਦੇ ਵਿੱਚ ਇਨਲਾਈਨ ਸਟਾਈਲ। ਜਿਹੜੀਆਂ ਇੰਟਰਨਲ ਹੁੰਦੀਆਂ ਨੇ ਉਹ ਹੈਡ ਸੈਕਸ਼ਨ ਦੇ ਵਿੱਚ ਸਟਾਈਲ ਟੈਗ ਦੇ ਨਾਲ, ਤੇ ਜਿਹੜੀਆਂ ਐਕਸਟਰਨਲ ਹੁੰਦੀਆਂ ਨੇ ਉਹ ਡਿਫਾਈਨ ਕਿੱਥੇ ਜਾਂਦੀਆਂ ਨੇਗੀਆਂ, ਰੂਲਸ ਇਨ ਸੈਪਰੇਟ ਦੇ ਵਿੱਚ। CSS ਫਾਈਲ including the file is in your HTML document using link tag ਦੇ ਨਾਲ। ਬਸ ਲਿੰਕ ਟੈਗ ਦੇ ਥਰੂ ਇਹ ਸਾਰੀਆਂ ਜਿਹੜੀਆਂ ਐਕਸਟਰਨਲ ਸ਼ੀਟਾਂ ਨੇ ਉਹ ਆਪਾਂ ਸੇਵ ਕਰ ਲੈਣੀਆਂ ਹੈਗੇ, ਲਿਖੀਆਂ ਜਾਣਗੀਆਂ ਜਾਂ ਪਰਿਭਾਸ਼ਿਤ ਕਰ ਸਕਦੀਆਂ ਜਾਂ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਹੋ ਤੁਸੀਂ ਉੱਥੇ। ਅੱਗੇ ਐਗਜ਼ਾਮਪਲ ਆਫ ਐਕਸਟਰਨਲ। ਐਗਜ਼ਾਮਪਲ ਆਫ ਐਕਸਟਰਨਲ ਦੀ ਦੇਖੋ, ਹੈਡ ਦੇ ਵਿੱਚ ਆਪਾਂ ਨੇ ਕੀ ਕੀਤਾ ਗਾ, ਇਹਨੂੰ डिस्क्राइब किया गया। P क्लास की ले लिया अपन रेड,
दिस इज रेड पाओगे तो इसका कलर रेड आएगा, ग्रीन च ग्रीन। ये है अपना एक्सटर्नल प्रोग्राम की एग्जाम्पल। ये होगी अपनी इंटरनल दी। इंटरनल दे विच कलर रेड, कलर ग्रीन। जो कलर रेड है वो रेड चावे, जो ग्रीन है ग्रीन चावे। ये अपनी HTML दी स्टाइल इंटरनल स्टाइल टाइप होगी जी सीधी लिंक दे नाल हुई। ये हैगी इसकी आउटपुट। अगे थर्ड है अपना इनलाइन। इनलाइन दे विच स्टाइल P ले लिया, वैल्यूज पातियां ते उहदी आपां ने की पाता कलर्स वैल्यू रेड पाती। यदी एग्जाम्पल ये हो गया अज अपना HTML दे फ्रेम्स की ने, मल्टीमीडिया, CSS ते फॉर्म। फॉर्म दे विच तुसी जो भी कंट्रोल्स ने वो सारे इकट्ठे करके आपां एक फॉर्म क्रिएट कर सकते हो। तुसी खुद एक फॉर्म क्रिएट कर सकते हो, एडमिशन फॉर्म क्रिएट कर सकते हो, रजिस्ट्रेशन फॉर्म क्रिएट कर सकते हो, कोई भी एक फॉर्म तुसी क्रिएट कर सकते हो। इहदे लई आपां नूं यूज़ करने पैणगे कंट्रोल्स। एक कंट्रोल जो भी ऑनलाइन फॉर्म बनते हैं वो की बनते हैं थ्रू कंट्रोल्स ते एलीमेंट्स बनते हैं। हुण तक आप HTML बारे सारा जो भी बेसिक्स सी सब पढ़ लिया। ये अपना लास्ट सीगा HTML बारे। इस तो बाद आप पढ़ांगे ऑपरेटिंग सिस्टम। ऑपरेटिंग सिस्टम तो बेसिक तो शुरू करांगे। अगर तुहानूं सारिਆਂ ਨੂੰ ये वीडियो वधिया लगी तो सबसक्राइब करो, लाइक करो ते शेयर करो। थैंक यू स्टूडेंट्स।